हाँ जी, वाहिगुरू जी का खालसा वाहिगुरू जी की फतेह जी। प्यारिओ, ਜਿਹੜੇ ਜਿਹੜੇ ਵੀ ਵੀਰ ਲਾਈਵ ਹੈਗੇ ਆ, ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਜ਼ਰੂਰ ਪੜ੍ਹਿਓ ਕਿ ਅਸੀਂ ਕਿਸ ਵਿਸ਼ੇ ਦੇ ਉੱਤੇ ਜਿਹੜੀ ਇਹ ਵੀਡੀਓ ਬਣਾ ਰਹੇ ਹਾਂ। ਇਹ ਵੀਡੀਓ ਹੈਗੀ ਆ ਜੀ ਜਥੇਦਾਰ ਜਿਹੜਾ ਪਟਨਾ ਸਾਹਿਬ ਦਾ ਜਿਹੜਾ ਮੁਅੱਤਲ ਵੀ ਹੁਣ ਕੀਤਾ ਹੋਇਆ, ਉਸ ਦੇ ਸੰਬੰਧ ਦੇ ਵਿੱਚ ਤੇ ਜਿਹੜੇ ਸਾਡੇ ਅਖੌਤੀ ਗ੍ਰੰਥ ਨੇ ਉਹਨਾਂ ਦੇ ਸੰਬੰਧ ਦੇ ਵਿੱਚ ਜਿਹੜੇ ਵੀ ਵੀਰ ਲਾਈਵ ਜੁੜ ਰਹੇ ਆ ਉਹਨਾਂ ਨੂੰ ਬੇਨਤੀ ਆ ਜੀ, ਵੀਡੀਓ ਸ਼ੇਅਰ ਜ਼ਰੂਰ ਕਰ ਦਿਓ। ਤੇ ਦੂਸਰੀ ਬੇਨਤੀ ਆ ਕਿ ਆਵਾਜ਼ ਜ਼ਰੂਰ ਦੱਸ ਦਿਓ ਕਿ ਕਿਸ ਵਿਸ਼ੇ ਦੇ ਕਿ ਆਵਾਜ਼ ਵਧੀਆ ਆ ਰਹੀ ਆ, ਠੀਕ ਆ ਰਹੀ ਆ, ਕਮੈਂਟ ਬਾਕਸ ਦੇ ਵਿੱਚ ਜ਼ਰੂਰ ਕਰ ਦਿਓ। ਤੇ ਵੀਰੇ ਅੱਜ ਆਪਾਂ ਗੱਲ ਕਰਨੀ ਆ ਕਰੰਟ ਮੁੱਦਿਆਂ ਦੇ ਉੱਤੇ ਅਸੀਂ ਗੱਲ ਕਰਨੀ ਆ। ਉਹ ਹੈਗਾ ਜੀ ਜਥੇਦਾਰ ਅਕਾਲ ਤਖਤ ਸਾਹਿਬ ਪਟਨਾ ਸਾਹਿਬ ਦਾ ਜਿਹੜਾ ਪਿੱਛੇ ਜੇ ਮੁਅੱਤਲ ਕੀਤਾ ਹੋਇਆ ਇਕਬਾਲ ਸਿੰਘ, ਉਹਦੇ ਸੰਬੰਧ ਦੇ ਵਿੱਚ ਤੇ ਉਹਨੇ ਜੋ ਕੱਲ੍ਹ ਦੀ ਕਾਰਗੁਜ਼ਾਰੀ ਜਿਹੜੀ ਉਹਦੀ ਹੋਈ ਆ ਤੇ ਉਹਨੇ ਜੋ ਕੁਛ ਬੋਲਿਆ ਉਸ ਸੰਬੰਧ ਦੇ ਵਿੱਚ ਮੋਦੀ ਸਾਹਿਬ ਦਾ ਭਾਸ਼ਣ ਤੇ ਹੋਰ ਜਿਹੜੀਆਂ ਗੱਲਾਂ ਜੋ ਕੁਛ ਵੀ ਹੋਇਆ, ਅਸੀਂ ਸਾਰੀਆਂ ਗੱਲਾਂ ਨੂੰ ਵਿਸਥਾਰਪੂਰਵਕ ਸਮਝਣਾ ਕਿ ਜੀ ਕਿਸ ਤਰੀਕੇ ਦੇ ਨਾਲ ਇਹ ਬੰਦੇ ਕੰਮ ਕਰਦੇ ਆ, ਕਿਵੇਂ ਇਹਨਾਂ ਨੇ ਕਿੱਥੋਂ ਇਹ ਗੱਲਾਂ ਬੋਲੀਆਂ ਨੇ। ਆਓ ਹੁਣ ਆਪਾਂ ਇਸ ਮੁੱਦੇ ਤੇ ਵੀਡੀਓ ਸ਼ੁਰੂ ਕਰੀਏ। ਤੇ ਵੀਰਾਂ ਨੂੰ ਬੇਨਤੀ ਆ ਕਿ ਲਾਈਵ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਜੀ। ਵੀਰੇ ਕੱਲ੍ਹ ਪ੍ਰੋਗਰਾਮ ਸੀਗਾ ਜੋ ਕਿ ਅਯੁੱਧਿਆ ਦੇ ਵਿੱਚ ਰਾਮ ਮੰਦਰ ਦਾ। ਦੇਖੋ, ਆਪਾਂ ਕਿਸੇ ਮੰਦਰ ਦੇ ਵਿਰੋਧੀ ਨਹੀਂ, ਕਿਸੇ ਉਸ ਦੇ ਹੱਕ ਦੇ ਵਿੱਚ ਨਹੀਂ ਭੁਗਤਦੇ, ਕਿਸੇ ਦੇ ਵਿਰੋਧੀ ਨਹੀਂ, ਪਰ ਸਾਨੂੰ ਸਾਰੇ ਇੱਕੋ ਜਿਹੇ ਆ, ਸਾਨੂੰ ਸਾਰੇ ਮਜ਼ਹਬ ਇੱਕੋ ਜਿਹੇ ਆ, ਕਿਉਂਕਿ ਅਸੀਂ ਸਭ ਭਾਈਵਾਲਤਾ ਦੇ ਹਾਮੀ ਆ। ਅਸੀਂ ਕਹਿੰਦੇ ਜੀ ਸਾਂਝੀਵਾਲਤਾ ਦੇ ਅਸੀਂ ਹਾਮੀ ਹੋ ਕੇ ਰਹੀਏ, ਹਮੇਸ਼ਾ ਗੁਰੂ ਨਾਨਕ ਸਾਹਿਬ ਦੇ ਹਾਮੀ ਬਣ ਕੇ ਰਹੀਏ ਤਾਂ ਵਧੀਆ ਗੱਲ ਆ। ਤੇ ਆਓ ਹੁਣ ਆਪਾਂ ਉਸ ਸੰਬੰਧ ਦੇ ਵਿੱਚ ਗੱਲ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਅਕਾਲ ਤਖਤ ਸਾਹਿਬ ਦੇ ਉੱਤੇ ਇੱਕ ਪੱਤਰ ਗਿਆ ਸੀ ਜਿਹੜਾ ਕਿ RSS ਵੱਲੋਂ ਆਇਆ ਸੀਗਾ, ਮੋਦੀ ਸਾਹਿਬ ਵੱਲੋਂ ਆਇਆ ਸੀਗਾ, ਤੇ ਉਹਦੇ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸਿੱਧਾ ਨਿਮੰਤਰਣ ਪੱਤਰ ਸੀ। ਪਰ ਚਲੋ ਹਰਪ੍ਰੀਤ ਸਿੰਘ ਜੀ ਜਥੇਦਾਰ ਉੱਥੇ ਨਹੀਂ ਗਏ ਤੇ ਦੂਸਰੇ ਨੰਬਰ ਦੇ ਉੱਤੇ ਉਹ ਬੰਦਾ ਉੱਥੇ ਗਿਆ ਜਿਹੜਾ ਪਹਿਲਾਂ ਵੀ ਵਿਵਾਦਾਂ ਦੇ ਵਿੱਚ ਰਹਿ ਚੁੱਕਿਆ, ਪਰ ਅਕਾਲ ਤਖਤ ਸਾਹਿਬ ਦੇ ਉੱਤੇ ਸਵਾਲ ਉਦੋਂ ਉੱਠਦੇ ਆ ਤੇ ਉਹਦੀ ਕਾਰਗੁਜ਼ਾਰੀ ਦੇ ਉੱਤੇ ਉਹਨੇ ਕਦੇ ਵੀ, ਗਿਆਨੀ ਹਰਪ੍ਰੀਤ ਸਿੰਘ ਹੋਊਗਾ ਚਾਹੇ ਉਹਦੇ ਤੋਂ ਪਹਿਲਾਂ ਗਿਆਨੀ ਗੁਰਬਚਨ ਸਿੰਘ ਦਾ ਜਮੇ ਹੀ ਨਾਲ ਦਾ ਸੀ, ਚਾਹੇ ਗਿਆਨੀ ਹਰਪ੍ਰੀਤ ਸਿੰਘ ਹੋਊਗਾ ਚਾਹੇ ਕੋਈ ਹੋਰ, ਇਕਬਾਲ ਸਿੰਘ ਨੂੰ ਉਹਨਾਂ ਨੇ ਕਦੇ ਵੀ ਤਲਬ ਨਹੀਂ ਕੀਤਾ। ਹਾਲਾਂਕਿ ਜਿਹੜੇ ਸਹੀ ਬੰਦੇ ਹੁੰਦੇ ਨੇ, ਤੱਤ ਗੁਰਮਤਿ ਦੇ ਬੰਦੇ ਹੁੰਦੇ ਨੇ, ਉਹਨਾਂ ਨੂੰ ਅਕਾਲ ਤਖਤ ਸਾਹਿਬ ਥੋੜ੍ਹੇ ਟਾਈਮ ਦੇ ਵਿੱਚ ਹੀ ਤਲਬ ਕਰ ਲੈਂਦਾ ਤੇ ਉਹਨਾਂ ਨੂੰ ਕਹਿ ਦਿੰਦਾ ਜੀ ਅਸੀਂ ਤੁਹਾਨੂੰ ਪੰਥ ਦੇ ਵਿੱਚੋਂ ਛੇਕਿਆ। ਆਓ ਆਪਾਂ ਹੁਣ ਇਸ ਮੁੱਦੇ 'ਤੇ ਗੱਲ ਕਰੀਏ। ਉਹਨਾਂ ਨੇ ਜੀ ਪਹਿਲਾਂ ਗੱਲ ਕੀਤੀ ਮੋਦੀ ਸਾਹਿਬ ਨੇ ਕਿ ਜੀ ਰਮਾਇਣ, ਗੋਬਿੰਦ ਰਮਾਇਣ ਗੁਰੂ ਗੋਬਿੰਦ ਸਿੰਘ ਜੀ ਨੇ ਲਿਖੀ, ਗੋਬਿੰਦ ਰਮਾਇਣ। ਹੁਣ ਜੀ ਗੋਬਿੰਦ ਰਮਾਇਣ ਕਿੱਥੇ ਲਿਖਿਆ? ਕਿਤੇ ਨਹੀਂ ਲਿਖਿਆ। ਪਰ ਇਹ ਕਿੱਥੋਂ ਗੱਲਾਂ ਬੋਲੀਆਂ ਗਈਆਂ? ਇਹ ਬੋਲੀਆਂ ਗਈਆਂ ਜੀ ਦਸਮ ਗ੍ਰੰਥ ਦੇ ਵਿੱਚੋਂ, ਜਿਹੜਾ ਪਹਿਲਾਂ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਘਿਰਿਆ ਹੋਇਆ ਤੇ ਸਦਾ ਘਿਰਿਆ ਰਹਿਣਾ। ਜਿੰਨਾ ਸਮਾਂ ਇਹਦਾ ਕੋਈ ਮਸਲਾ ਹੱਲ ਨਹੀਂ ਹੋ ਜਾਂਦਾ ਉਹਨਾਂ ਸਮਾਂ ਇਹ ਸਵਾਲਾਂ ਦੇ ਵਿੱਚ ਹੀ ਰਹਿਣਾ ਇਹ ਦਸਮ ਗ੍ਰੰਥ, ਕਿਉਂਕਿ ਇਹਦੇ ਵਿੱਚ ਗੱਲਾਂ ਹੀ ਇਹੋ ਜਿਹੀਆਂ ਨੇ ਜੋ ਗੁਰਮਤਿ ਦੇ ਹੱਕ ਦੇ ਵਿੱਚ ਨਹੀਂ, ਗੁਰਮਤਿ ਦੇ ਬਿਲਕੁਲ ਵਿਰੋਧੀ ਨੇ, ਗੁਰੂ ਨਾਨਕ ਸਾਹਿਬ ਦੇ ਵਿਚਾਰਾਂ ਦੇ ਵਿਰੋਧੀ ਨੇ। ਹੁਣ ਕੀ ਹੈ ਜੀ, ਕਿੱਥੇ ਲਿਖਿਆ? ਕਹਿੰਦੇ ਜੀ ਸਗਲ ਦੁਆਰ ਕਉ ਛੱਡ ਕੇ ਗਹਿਓ ਤੁਹਾਰੋ ਦੁਆਰ, ਬਾਂਹ ਗਹੀ ਕੀ ਲਾਜਿਆਸ ਗੋਬਿੰਦ ਦਾਸ ਤੁਹਾਰ। ਇਸ ਤੋਂ ਅੱਗੇ ਮਿਲਦਾ ਇਤ ਸ਼੍ਰੀ ਰਮਾਇਣ ਸਮਾਪਤਮ, ਉੱਥੇ ਮਿਲਦਾ 24 ਅਵਤਾਰ ਤੋਂ ਬਾਅਦ। ਹੁਣ ਜੀ ਜਿਹੜਾ ਗੁਰੂ ਨਾਨਕ ਸਾਹਿਬ ਨੇ ਸਾਨੂੰ ਜਿਹੜਾ ਕਨਸੈਪਟ ਦਿੱਤਾ ਸੀ ਉਹ ਸਾਨੂੰ ਮਾਨਵਤਾ ਦਾ ਦਿੱਤਾ ਸੀ, ਸਾਰੇ ਸਭੇ ਸਾਂਝੀਵਾਲ ਦਾ ਕਨਸੈਪਟ ਦਿੱਤਾ ਸੀ, ਚਾਹੇ ਉੱਥੇ ਕੋਈ ਵੀ ਆ। ਪਰ ਇਹਨਾਂ ਨੇ ਕੀ ਕਰ ਦਿੱਤਾ ਜੀ? ਇਹਨਾਂ ਨੇ ਕੀ ਕਰ ਦਿੱਤਾ? ਇਹ ਕਹਿੰਦੇ ਜੀ ਜਿਹੜਾ ਸਾਡਾ ਜਿਹੜਾ ਸਿੱਖ ਨੇ ਉਹ ਕਹਿੰਦੇ ਨਿਕਲੇ ਹਿੰਦੂਆਂ ਚੋਂ ਨੇ। ਇੱਕ ਸਰਦਾਰ ਕਪੂਰ ਸਿੰਘ ਨੇ ਬੜੀ ਵਧੀਆ ਗੱਲ ਕਹੀ ਆ। ਚਲੋ ਆਪਾਂ ਕਮਿਊਨਿਟੀ ਦੇ ਮੁੱਦੇ ਦੇ ਉੱਤੇ ਨਹੀਂ ਗੱਲ ਕਰਨੀ ਚਾਹੁੰਦੇ ਸੀ, ਥੋੜ੍ਹੀ ਜਿਹੀ ਕਰ ਦਿੰਨਾ।
सरदार कपूर सिंह नूं कहंदे जी अगे सिख है जिहड़े हिंदुआं चों ही निकले आ। सरदार कपूर सिंह जी कहंदे जी तुसीं मंनदे हो सिख हिंदुआं चों ही निकले आ, सिख हिंदुआं दा सुधरिया होया रूप आ? कहंदे जी हाँ मंनदे आ। कहंदे फिर गुरु नानक साहब दे विचारां नूं अपना के विखाओ, उन्हां नूं तुसीं अपना के विखाओ, उन्हां दे उत्ते पहिरा दे के दिखाओ। उत्थे इन्हां दे कालजे नूं फेर सेक पैंदा, फेर अग बलदी आ। हुण अगे गल करिए जी, अगे गल हुंदी आ जो 10वें ग्रंथ दे विच लिखिया होया। अगे जिहड़ा ज्ञानी इकबाल सिंह ने जिहड़ी गल बोली आ ना, हुण ये तां गल क्लीयर हो गई कि रामायण वाली गल मोदी ने जिहड़ी गल बोली आ वो बिल्कुल स्पष्ट आ, वो 10वें ग्रंथ दे विचों बोली गई आ। ठीक है जी, इत्थे स्पष्ट आ। अगली गल ते आ जाइए, जिहड़ी पटना साहब का जथेदार आ जिहड़ा इकबाल सिंह, ये पहलां भी अपने जिहड़े भी आपां कह दईए अपने मसलिਆਂ ਦੇ ਉੱਤੇ RSS ਦਾ ਜਿਹੜਾ ਪੱਖੀ ਹੋ ਕੇ ਭੁਗਤਦਾ ਰਿਹਾ। आओ हुण आपां ਇਹਦੀਆਂ भी गल्लां ਦਾ थोड़ा जिहा जवाब दे दईए। हुण जी इहने बोलिया कि जी लव ते कुश दे वंश दे विचों गुरु गोबिंद सिंह जी सी। ये गल बोली है ना, ये गल पहली बार नहीं बोली गई, ये गल पहली बार नहीं। इहने पटना साहब कथा करते हुए भी ये गल बोली सी पहलां कि छोटे साहबजादे ब्रह्मा विष्णु इंद्र जिहड़ा ये भ्रिष्ट देवतियां दा अवतार ने, जिन्हां नूं गुरमत कहंदी आ एका माई जती ब्याई तिन चेले प्रवान, एक संसारी एक भंडारी एक लाई दीवान। इत्थों तक अगे कहंदे आ जिवत सुभावै तिवें चलावै जिव होवै फरमान। इत्थे इन्हां दी काट ही कर दित्ती। आपां शुरू तो ही समझ लैने इहनूं, इत्थे दी काट हो गई, सारे देवते रद्द हो गए। पर यह पटना साहब का जथेदार आ जिहड़ा, ये छोटे साहबजादियां नूं ते वड्डे साहबजादियां नूं ये उन्हां दा अवतार कह के भुगतदा रहा। हाँ जी, अगे हुण अगे ने गल बोली कि सोढी वंश जिहड़ा इन्हां चों चलिया, ये एक बार नहीं लिखिया होया जी। ये 10वें ग्रंथ दे 72 नाटक दे विच आ, मेरे कोल प्रूफ ने। ते इन्हां ने पहलां लिखिया होया कि जी पंजाब दे विच 2 नगर वसाए, एक दा नाम कसूर ते एक दा नाम लाहौर, लहूपुरा जिहनूं कह दिंदे आ। ते उदों बाद दे विच उन्हां दे पुੱਤ पोतरे होए ते उन्हां दे विचों एक जिहड़ा भी सोढी दे नाम दे उत्ते, सोढी राय दे नाम दे उत्ते कोई बंदा होया ते उस दे विचों जिहड़ा सोढी वंश चलिया। ये इत्थे ये गल कहंदा जी। ठीक है जी, 10वें ग्रंथ दे विच अगे जी एक इन्हां दा टकसाल दा एक ग्रंथ आ जिन्हों ये कहंदे आ कि जी साडे संत बाबियां ने बड़े कि वो सारा पूरा वधिया लिखिया होया जी साडा। उहदे विच जिहड़ा ये गल करदे ने गुरु ग्रंथ दर्पण, शायद उहदा नाम गा, मेरे ध्यान चों कमेंट कर दिओ जरूर जे किसी वीर दे ध्यान च होया। वो कहंदा जी, कहंदा कि उहदे विच गुरु गोबिंद सिंह तो पहलां दे गुरु नानक साहब हो गए, गुरु अंगद साहब हो गए, ते अगे हो गए गुरु अमरदास जी, गुरु रामदास जी। उन्हें यदी वंशावली लिखी हुई आ। किहड़ा जी, ये बाबियां दा जिहड़ा मुखी रहा दमदमी टकसाल दा, वो आ जी ज्ञानी गुरबचन सिंह। उन्हें लिखिया जी ये, मैं तुहानूं वो भी गल क्लीयर कर देवां, पवित्र गुरबंशावली 10 सतगुरुआं दी पवित्र बंशावली। मैं पढ़ के सुना देना जी। उदा कहंदा जी नाम सतगुरु नानक देव जी महाराज, बेदी वंश श्री रामचंद जी दे पुत्र कुशू दी वंश दे काल कौत ने कांशी जाके वेद पढ़े, इन्हां तो बेदी कुल चली। देखो जी, हुण जी जोड़ता उही राम दे नाल जाके, ਜਿਹੜੇ राम नूं साडा बाबा कहंदा, जिहड़े राम नूं साडा बाबा जाके कहंदा जी पांडे तुमरा रामचंद सो पी आवत देखिया था, रावण सेती सरवर होई घर की जोए गवाई थी। जिथे बाबा गल करदा है, बाबे नामदेव ने बड़ी क्लीयर गल कीती आ, आज नामे बीठल देखिया मूर्ख को समझाऊ रे। किहड़े मूर्खा तैनूं की दसां मैं। अगे जी इहने जिहड़ा गुरु अंगद साहब बारे भी लिखिया, कहना जी सतगुरु अंगद देव जी महाराज तेहन वंश, लक्ष्मण के तख नामे पुत्र तो तेहन वंश चली। हुण जी ये भी इत्थे सिद्ध कर गया कि जी राम दे नाल जिहड़ा
रिश्ता गुरु अंगद साहब का। अगे आ गया जी तीजी पातशाही का। कहना जी सतगुरु अमरदास जी भल्ले वंश श्री रामचंद्र जी दे भरत दे पुत्र भल्लन तो भल्ले वंश चली। ठीक है जी, ये भी क्लीयर हो गया। चौथे नंबर ते जी सतगुरु रामदास जी सोढ़ वंश लहू की वंश चों काल राए इन्हां दे पुत्रां चों एक ने सनौड देश दे राजे नूं जित के उस दी पुत्री विआही तां उस तो सोढ़ वंश चली। इस तो जी सोढ़ी जिहड़े अगे चली। हुण जी मैं तुहाडे सामने ये प्रूफ रखे ने। ये प्रूफ किहड़े जी? ये ग्रंथ ने जिहड़े ये साडे पंथ दे विच प्रचलित ने। देखो जी जथेदारां नूं तलब करना ना तलब करना वो जथेदार हरप्रीत सिंह दी कारगुजारी दे ते निर्भर आ। ठीक आ, ते पर उन्हां तो पहलां ये सवाल खड़े हुंदे ने ये ग्रंथां दे उत्ते, दसम ग्रंथ दे उत्ते, जिहदे विच कामुक जिहड़ियां घटनावां ने इस्त्री नूं बहुत ही गलत नज़रिए दे विचों पेश कीते जाना, वो गल्लां जिहड़ियां मैं बोल नहीं सकदा। दसम ग्रंथ दे विचों चरित्रोपाख्यान जिहनूं कह दिंदे असीं। ते अगे इन्हां दा जिहड़ा टकसाल दा बड़ा ही प्रमुख ग्रंथ आ गुरु ग्रंथ दर्पण, शायद उहदा नाम आ। ते उहने जिहड़ा भी ये गल हद बन्ने पूरी कर दित्ते। कहंदा जी जिहड़े गुरु पातशाह ने जिहड़ियां वंशां ने वो राम दे नाल जोड़तियां। भाई राम दे नाल तुसीं किधरों? राम मिथिहास आप मनदे ने कि जी मिथिहास आ। जे मिथिहास आ तां असीं फिर राम दे नाल असीं घटना क्यों जोड़दे हां? क्यों जोड़दे हां? क्योंकि असीं पांडा कदे भी किसी का हक आपां कह दईए भी छड्डदा नहीं। क्योंकि पांडा किदां दा? पांडे ने कदे भी किसी का इदां सोचिया कि पांडा तां किसी की भलाई सोचदा होवे? ना जी ना। पांडे ने तां हमेशा ही हरेक दा बुरा ही सोचिया। ब्राह्मण चाहे ब्राह्मण वो सनातन दा होवे, चाहे ब्राह्मण वो अज दे समय दा जिहड़ा साडे आ सिखां दे विच होवे, चाहे वो अकाल तख्त साहब का जथेदार होवे, चाहे वो पटने का साबका जथेदार होवे, जिहड़ा इन्हां दीयां स्टेजां दे उत्ते जाके बहुत बकवास करदा, बहुत बकवास। ते ये 5-6 बंदे ने जिहड़े बंदियां ने गुरु नानक साहब के फलसफे के उत्ते, गुरु नानक साहब की विचार के उत्ते सवाल पैदा किए ने। ये 5-6 बंदे ने। एक मैं नाम भी लै दिना। एक दा बाबा वो जिहड़ा सतनाम सिंह पिपली वाला, इहदे नाल स्टेजां साझीआं करदा ये इकबाल सिंह। ते उहने भी पिछे जे गल कही सी माता गुजरी तो उजड़ी, उत्थे इन्हां ने कोई एक्शन नहीं लेता। क्यों जी? क्योंकि साडे ग्रंथां 'च लिखिया सी, साडे इतिहासक जिहड़े सोर्स दस्से जांदे ने उन्हां दे विच लिखिया सी। क्यों लिखिया सी? क्योंकि जी सनातन दे नाल जोड़ना सी। ते अगे जिहड़ा अपना नामधारी वंश का जिहड़ा बाबा की नाम है, शायद उहदा ठाकुर दलीप सिंह, वो तो शरेआम ही वो तो चलो अपने दे विच आपां मनदे ही नहीं उहनूं भी कि गुरु नानक साहब की कसवट्टी दे उत्ते कदे गल करदा। चलो आपां फिर भी कह दिंदे आ, वो तो शरेआम ही गल करदा रहा। कहंदा जी कि कृष्ण आ जिहड़े वो उदां दे अगे 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 भी उन्हां दे नाल वंश जुड़दी आ। ते चलो प्यारिओ आपां समझ के चलना गुरु नानक साहब की विचार दे नाल, गुरु नानक साहब के फलसफे दे नाल, गुरु नानक साहब की सोच दे नाल। क्योंकि गुरु नानक साहब इन्हां नूं अपना हामी नहीं समझते। क्योंकि ये बंदे किदां दे? कादी कूड़ बोल मल खाए, बामन नहावै जियां घाए, जोगी जुगत न जाने अंध तीने ओ जाड़े का बंद। एक काजियां दे प्रति, बामणा दे प्रति, जोगियां दे प्रति गुरु नानक साहब कह चुके ने। ये वड्डी लेके काम करते हैं। आज एक वीर दा कमेंट आया कि अकल दे अन्नेओ जे नहीं पता तो इतिहास पढ़ लई दा कि उस रमायण च गुरु साहिब ने किन्ना छित्र फेरिया, ये भी पढ़ो। अगे चरित्रोपाख्यान पढ़ लो वीरे, उहदे विच भी बहुत कुछ लिखिया। चरित्रोपाख्यान दे विच जे कहो तो मैं ये पोस्टां जिहड़ियां मैं इहदे विच पाऊँगा ज़रूर। डिस्क्रिप्शन दे अगे मैं जाके कमेंट बॉक्स दे विच इहदा लिंक जरूर शेयर करूँगा।
कि किद्दां किद्दां दे ये बंदियां ने काम कीता गा। आपां सोचो यार, अकल नूं हत्थ तां आपां मारना, अकल नूं हत्थ तां असीं मारना कि जी गुरु नानक साहब दे नाल ये बंदे खेडी किवें जांदे ने, गुरु नानक साहब दी सोच दे नाल ये किद्दां खेडदे ने। इन्हां ने तां सदा ही गुरु नानक साहब दा कदे पक्ष पूरे ही नहीं। ये तो उन्होंने कदे कोई कहे भूतना, कोई कहे बिताला, आप गुरु साहब ने लिखिया, आप गुरु साहब कहते आ भाई आपां इन्हां तो सुचेत हो के चलो। RSS आ जिहड़ी वो कदे नहीं चाहुंदी गुरु नानक साहब दे विचारां दे उत्ते हामी प्रगटाई जावे। कदे भी किसी महापुरख दे जीवन दे विच, मैं पहलां भी गल करदा हुन्ना, किसी भी महापुरख दे जीवन दे विच जदों उहदी विचार दे नाल खिलवाड़ करना होवे तां दो तीन गल्लां आम तौर ते जोड़ दित्तियां जांदियां। की जी, एक तां उहदी मूर्ति स्थापित कर दित्ती जांदी आ, दूजा उहदे जीवन दे विच करामाती घटनावां जोड़ दित्तियां जांदियां ने, तीसरा उहनूं फिर किसी होर पक्ष तो डिफाइन किया जाता। ये शरेआम आ जी, स्पष्ट आ, आपां सुचेत होकर चलना। इन्हां नूं तां पता ही आ, देखो क्योंकि ये बंदे ही उन्हां दे नाल जुड़े होए आ। ते दूसरी गल जिहड़ी मोदी साहब ने कही आ, मोदी साहब तां आपां नूं पता ही है, मोदी साहब तां हैगे ही उधर आ, है ना। वो तां आपां उन्हां दे उस दे विच कोई गल नहीं करनी, सिर्फ इन्ना कह सकते हैं कि मोदी साहब ने जिहड़ी गल कीती आ वो साडे ग्रंथां दे विचों कीती आ। असीं जे अपने ग्रंथ ना ठीक कीते, जिहड़े जथेदार जी कहंदे ने कि जी काट नहीं करनी चाहिए, हुण जी आ रख लईए, हुण असीं ये रख लईए, इन्हां नूं रख लईए कि इन्हां दे विच लिखिया होया कि गुरु गोबिंद सिंह दे इदां दे नाल नाम दे नाल जोड़ दिता जाना। जिन्हां ग्रंथां दे विच लिखिया होया माई भागो आ जिहड़ी वो गुरु गोबिंद सिंह दे नाल नगन अवस्था दे विच रहिंदी सी, जिन्हां ग्रंथां दे विच लिखिया होया ये मन लईए जी। हुण असीं क्यों मन्नीए? क्योंकि असीं गुरु नानक साहब दे हामी बन के रहना, गुरु नानक साहब दी सोच दे नाल असीं खड़े हाँ, गुरु नानक साहब दे पक्ष दे विच खड़े हाँ, उन्हां दी सोच दे उत्ते पहरा देना। सो वीरो बेनती आ, अकाल तख्त साहब दे जथेदार नूं भी बेनती आ, जथेदार जी होरनां दे उत्ते तां बड़े तुसीं कमेंट करदे हो, होरनां दे उत्ते तां तुसीं बड़े ਜਿਹੜੇ परचे दर्ज करते हो कि तनख्वाह ला देंगे, असी पंथ चों छेक देंगे। हुण करो जी जथेदार इकबाल सिंह नूं पंथ चों छेकण दा फरमान जारी, हुण करो तुसीं दसम ग्रंथ नूं रद्द करन दा फरमान जारी, हुण करो तुसीं गुरबाणी पाठ दर्पण नूं रद्द करन दा फरमान जारी। क्यों कर तुसीं तां उत्थे गल ही ये कह जांदे हो कि जी उत्थों स्किप कर जो। क्यों स्किप कर जगे? क्योंकि उस इन्हां दे विचों लैके सानूं गुरु नानक साहब दे फलसफे दे उत्तों पासे दे करदे आ, गुरु नानक साहब की विचार के नाल वो सीधी खिलवाड़ करते आ। क्यों असीं इन्हां तो असीं ये कह लीए मन लीए, असीं दसम ग्रंथ नूं मन लईए, जां असीं मन लईए सूरज प्रताप नूं प्रकाश नूं मन लईए, जां असीं इहनूं गुरबाणी पाठ दर्पण नूं मन लईए, जिथे पहले ही गुरु साहब दे जिहड़े जीवन दे नाल इदां दीयां घटनावां जोड़ दित्तियां जाण। मैं कहना जी माफ़ी चाहुंदे आ इहो ਜਿਹੇ इतिहास तो, ਜਿਹੜਾ इतिहास गुरु साहब ਦੇ ਨਾਲ भी खिलवाड़ ਕਰਨ ਤੋਂ ਕਦੇ ਰੁਕਿਆ नहीं। क्योंकि जी इतिहास आ ना, ਜਿਹੜਾ इतिहास ਨੂੰ ਸਮਝਣ ਦੇ ਪਿਆਰੋ ਤਿੰਨ ਤਰੀਕੇ ਹੁੰਦੇ ਆ, ਤਿੰਨ ਸੋਰਸ ਹੁੰਦੇ ਆ इतिहास ਦੇ। मैं ਤੁਹਾਡੇ ਸਾਹਮਣੇ ਜ਼ਰੂਰ ਕਰ ਦਿਆਂ। ਉਹ ਜੀ ਪਹਿਲਾ ਤਾਂ ਹੁੰਦਾ ਮੌਖਿਕ इतिहास, ਜਿਹੜਾ ਜ਼ੁਬਾਨੀ ਰਾਹੀਂ ਮੂੰਹ ਜ਼ੁਬਾਨੀ ਰਾਹੀਂ ਪੀੜ੍ਹੀ ਦਰ ਪੀੜ੍ਹੀ ਚੱਲਦਾ। ਦੂਸਰਾ ਹੈਗਾ ਜੀ ਜਿਹੜਾ ਯਾਦਗਾਰੀ इतिहास, ਜਿਹੜਾ ਕਿ ਯਾਦਗਾਰਾਂ ਦੇ ਰਾਹੀਂ ਸਾਂਭਿਆ ਜਾਂਦਾ। ਤੀਸਰਾ ਹੈਗਾ ਜੀ ਲਿਖਤੀ इतिहास, ਜਿਹੜਾ ਲਿਖਤਾਂ ਦੇ ਰਾਹੀਂ ਸਾਂਭ ਕੇ ਰੱਖਿਆ ਜਾਂਦਾ। ਹੁਣ ਪਹਿਲਾ ਮੌਖਿਕ इतिहास ਤਾਂ ਬਿਲਕੁਲ ਬਦਲ ਚੁੱਕਿਆ। ਦੂਸਰਾ ਨੰਬਰ ਜਿਹੜਾ ਯਾਦਗਾਰੀ इतिहास, ਉਹ ਇਹ ਸਾਡੇ ਕਾਰਸੇ ਵਾਲੇ ਬਾਬਿਆਂ ਨੇ ਨਹੀਂ ਰਹਿਣ ਦਿੱਤਾ, ਇਹਨਾਂ ਨੇ ਖਤਮ ਕਰ ਦਿੱਤਾ। ਤੀਸਰਾ ਹੈਗਾ ਜੀ ਜਿਹੜਾ ਲਿਖਤੀ इतिहास, ਉਹ ਲਿਖਤੀ इतिहास ਦੇ ਵਿੱਚ ਇਹਨਾਂ ਬਾਬਿਆਂ ਨੇ, ਇਹਨਾਂ ਸਨਾਤਨੀਆਂ ਨੇ ਭੇਡ ਜਾਲ ਜਿਹੜਾ ਪਾ ਕੇ ਰੱਖ ਦਿੱਤਾ। ਉਹ ਜਿਹੜਾ ਜੀ ਗੁਰੂ ਸਾਹਿਬ ਦੇ ਜੀਵਨ ਦੇ ਵਿੱਚ ਕਦੇ ਢੁਕਦੇ ਹੀ ਨਹੀਂ। ਇਹਨਾਂ ਨੇ ਕਦੇ ਮੱਕਾ ਘੁਮਾ ਦਿੱਤਾ, ਕਦੇ ਕੁਛ ਦੇਹਰਾ ਘੁਮਾ ਦਿੱਤਾ, ਕਦੇ ਕੁਛ ਘੁਮਾ ਦਿੱਤਾ, ਕਦੇ ਲਵ ਕੁਸ਼ ਦੇ ਜੀਵਨ ਦੇ ਨਾਲ ਜੋੜ ਦਿੱਤਾ। ਦੇਖੋ ਜੀ ਇਹਨਾਂ ਤੋਂ ਅਸੀਂ ਸੁਚੇਤ ਹੋ ਕੇ ਰਹਿਣਾ। ਮੈਂ ਤਾਂ ਕਹਿਣਾ ਜੀ ਇਹਨਾਂ ਨੂੰ ਰੱਦ ਕਰੇ ਹੀ ਚੰਗਾ, ਰੱਦ ਕਰ ਦਿਓ ਤਾਂ ਬਾਹਲੀ ਵਧੀਆ ਗੱਲ ਆ। ਚਲੋ ਜਿੰਨਾ ਬਚੂਗਾ ਤਾਂ ਵੀ ਵਧੀਆ ਗਾ, ਤੇ ਜੇ ਹੁਣ ਰੱਦ ਹੀ ਨਹੀਂ ਕਰਨਾ ਫਿਰ ਇਹਨੂੰ ਇੱਦਾਂ ਤਾਂ ਫਿਰ ਸਾਂਭ ਕੇ ਰੱਖਣ ਦਾ ਜੀ ਕੋਈ ਫਾਇਦਾ ਨਹੀਂ। ਕਿਉਂਕਿ ਜਥੇਦਾਰ ਜੀ ਸਾਡੇ ਪਹਿਲੇ ਹੀ ਸਵਾਲ ਦੇ ਜਵਾਬ ਦੇ ਚੁੱਕੇ ਆ। ਉਹ ਕਹਿੰਦੇ ਜੀ, ਕਹਿੰਦੇ ਸਕਿਪ ਕਰ ਜੋ। ਪਿਆਰਿਓ ਇੱਦਾਂ ਸਕਿਪ ਨਹੀਂ ਕੀਤਾ ਜਾਂਦਾ।
ਜਿੱਦਾਂ ਸਕਿੱਪ ਇਹ ਗੱਲ ਕਰਦੇ ਆ ਨਾ ਵੀ ਅਸੀਂ ਸਕਿੱਪ ਕਰ ਜੋ, ਇਦਾਂ ਸਕਿੱਪ ਨਹੀਂ ਹੁੰਦਾ। ਆਓ ਜੀ ਹੁਣ ਆਪਾਂ ਇੱਥੇ ਹੀ ਵਿਚਾਰ ਸੰਪੂਰਨ ਕਰਦੇ ਹਾਂ ਤੇ ਇੱਥੇ ਹੀ ਮੈਂ ਸੰਕੋਚਦਾ ਜੀ। ਸਿਰਫ ਇੰਨੀ ਕੁ ਬੇਨਤੀ ਆ ਕਿ ਜੀ ਇਹਨਾਂ ਦੇ ਉੱਤੋਂ, ਇਸ ਜਾਲ ਦੇ ਉੱਤੋਂ ਬਚ ਕੇ ਰਹੋ। ਇਹ ਜਿਹੜੇ ਬੰਦੇ ਨੇ ਇਹ ਗੁਰੂ ਨਾਨਕ ਸਾਹਿਬ ਦੇ ਕਦੇ ਪੱਖੀ ਨਹੀਂ ਰਹੇ, ਨਾ ਗਿਆਨੀ ਇਕਬਾਲ ਸਿੰਘ, ਨਾ ਗਿਆਨੀ ਹਰਪ੍ਰੀਤ ਸਿੰਘ, ਨਾ ਕੋਈ ਹੋਰ ਦੂਜਾ ਤੀਜਾ। ਇਹ ਸਦਾ ਗੁਰੂ ਨਾਨਕ ਸਾਹਿਬ ਦੇ ਵਿਚਾਰ ਦੇ ਨਾਲ ਖਿਲਵਾੜ ਕਰਦੇ ਆਏ ਆ, ਸਦਾ ਇਹਨਾਂ ਨੇ ਕਰਦੇ ਵੀ ਰਹਿਣਾ, ਕਿਉਂਕਿ ਇਹਨਾਂ ਦਾ ਕੰਮ ਹੀ, ਇਹਨਾਂ ਨੂੰ ਪੈਸੇ ਹੀ ਉੱਧਰੋਂ ਮਿਲਦੇ ਆ, ਇਹਨਾਂ ਨੂੰ ਜ਼ਮੀਨਾਂ ਜਾਇਦਾਦ ਇੱਦਾਂ ਹੀ ਉੱਧਰੋਂ ਮਿਲਦੀਆਂ ਨੇ। ਜਿਹੜੇ ਜਥੇਦਾਰ ਅੱਜ ਹੋਟਲਾਂ ਦੇ ਮਾਲਕ, ਜਿਹੜੇ ਮੌਲਾਂ ਦੇ ਮਾਲਕ ਬਣੇ ਬੈਠੇ ਆ, ਉਹਨਾਂ ਤੋਂ ਅਸੀਂ ਕੀ ਆਸ ਕਰ ਸਕਦੇ ਹਾਂ, ਹੈ ਨਾ ਜੀ। ਸੋ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ। ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਜੇਕਰ ਠੀਕ ਲੱਗੇ। ਜਿਹੜਾ ਵੀ ਇਹ ਵੀਡੀਓ ਦਾ ਮੇਨ ਮੁੱਦਾ ਸਿਰਫ ਇਹੀ ਸੀਗਾ ਵੀ ਆਪਾਂ ਇਹਨਾਂ ਗ੍ਰੰਥਾਂ ਦੇ ਵਿੱਚੋਂ ਪੜਚੋਲ ਕਰ ਲਈਏ ਕਿ ਕਿੱਥੇ ਕਿੱਥੇ ਲਿਖਿਆ। ਇਹਦੇ ਵਿੱਚ ਮੁੱਖ ਦੋਸ਼ੀ ਜਿਹੜਾ ਕੋਈ ਇਕਬਾਲ ਸਿੰਘ ਨਹੀਂ ਆ, ਕੋਈ ਮੋਦੀ ਨਹੀਂ ਆ, ਮੁੱਖ ਦੋਸ਼ੀ ਆ ਗ੍ਰੰਥ ਨੇ ਜਿਨ੍ਹਾਂ ਦੇ ਵਿੱਚ ਲਿਖਿਆ ਹੋਇਆ। ਉਹ ਤਾਂ ਇੱਕ ਮੋਹਰੇ ਨੇ, ਸਿਰਫ ਵਰਤੇ ਗਏ ਨੇ। ਮੋਹਰਿਆਂ ਨੂੰ ਤਾਂ ਚਲੋ ਪੰਥ 'ਚੋਂ ਛੇਕਣਾ ਹੀ ਛੇਕਣਾ ਜਥੇਦਾਰ ਜੀ, ਪਹਿਲਾਂ ਹੁਣ ਆਹ ਗ੍ਰੰਥ ਵੀ ਕਾਟ ਕਰ ਲਿਓ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।